ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ। ਅੱਜ ਇੱਕ ਵਿਸ਼ੇਸ਼ ਪ੍ਰੋਗਰਾਮ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹੋਏ ਜੀ ਹਾਜ਼ਰ। ਮੇਰੇ ਨਾਲ ਦੋ ਵਿਦਵਾਨ ਜੁੜੇ ਨੇ ਜੀ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ, ਡਾਕਟਰ ਵਿਨੋਦ ਕੁਮਾਰ ਐਂਡ ਦੂਸਰੇ ਨੇ ਡਾਕਟਰ ਗੁਰਮੀਤ ਸਿੰਘ ਜੀ। ਟੋਰਾਂਟੋ ਫੇਰੀ 'ਤੇ ਨੇ। ਮੈਨੂੰ ਮੌਕਾ ਮਿਲਿਆ ਇਹਨਾਂ ਨਾਲ ਗੱਲਬਾਤ ਕਰਨ ਦਾ, ਸੋ ਅਸੀਂ ਕੁਝ ਕੁ ਗੱਲਾਂ ਸਾਹਿਤ ਦੇ ਉੱਤੇ, ਸੱਭਿਆਚਾਰ ਦੇ ਉੱਤੇ, ਪੰਜਾਬੀ ਸਾਹਿਤ ਦੀ ਕੀ ਦਸ਼ਾ ਉਹਦੇ ਉੱਤੇ, ਅਤੇ ਮਨੁੱਖ ਦਾ ਇਸ ਵੇਲੇ ਦਾ ਜੋ ਕਿਰਦਾਰ ਹੈ ਉਹ ਵੀ ਇਹਨਾਂ ਕੋਲ ਜਾਣਨ ਦੀ ਕੋਸ਼ਿਸ਼ ਕਰਾਂਗੇ। ਅਧਿਆਪਕ ਨੇ ਦੋਨੇ ਯੂਨੀਵਰਸਿਟੀ ਦੇ, ਸਟੂਡੈਂਟਸ ਇਹਨਾਂ ਕੋਲੋਂ ਸਿੱਖਿਆ ਲੈ ਕੇ ਜ਼ਿੰਦਗੀ 'ਚ ਅੱਗੇ ਜਾਣ ਲਈ ਵੱਧਦੇ ਨੇ ਅਤੇ ਬਹੁਤ ਸਾਰੇ ਇਹਨਾਂ ਦੇ ਵਿਸਥਾਰ ਹੋਣਗੇ, ਪਰ ਆਪਾਂ ਕੋਸ਼ਿਸ਼ ਕਰਾਂਗੇ ਕਿ ਇਸ ਦੇ ਆਲੇ ਦੁਆਲੇ ਆਪਣੀ ਗੱਲ ਕਰੀਏ। ਪਹਿਲਾਂ ਤਾਂ ਡਾਕਟਰ ਸਾਹਿਬ ਤੁਹਾਡਾ ਦੋਨਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਜੀ। ਥੈਂਕ ਯੂ ਸਰ, ਸ਼ੁਕਰੀਆ। ਡਾਕਟਰ ਸਾਹਿਬ ਪਹਿਲਾਂ ਤਾਂ ਥੋੜ੍ਹਾ ਜਿਹਾ ਤੁਸੀਂ ਸੈਲਫ ਇੰਟਰੋਡਕਸ਼ਨ ਦਿਓ। ਤੁਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਿਹੜੇ ਵਿਭਾਗ 'ਚ ਅਤੇ ਕਦੋਂ ਤੋਂ ਉੱਥੇ ਜੇ, ਅਤੇ ਕਿਸ ਤਰ੍ਹਾਂ ਦਾ ਯੂਨੀਵਰਸਿਟੀ ਦਾ ਮਾਹੌਲ ਹੈ? ਥੋੜ੍ਹੀ ਜਿਹੀਆਂ ਗੱਲਾਂ ਬਾਤਾਂ ਖੁੱਲ੍ਹ ਕੇ ਆਪਾਂ ਕਰਦੇ ਹਾਂ ਜੀ ਜਨਰਲ। ਜੀ ਮੈਂ ਜੀ ਬੇਸਿਕਲੀ ਸਾਹਿਤ ਦਾ ਵਿਦਿਆਰਥੀ ਹਾਂ ਜੀ, ਅਤੇ ਜੇ ਆਪਾਂ ਗੱਲ ਕਰੀਏ ਸਬਜੈਕਟ ਦੀ ਤਾਂ ਵਿਸ਼ਾ ਮੇਰਾ ਅੰਗਰੇਜ਼ੀ ਦਾ ਜੀ। ਇੰਟਰਸਟ ਮੇਰਾ ਪੰਜਾਬੀ ਦੇ ਵਿੱਚ ਵੀ ਹੈ ਜੀ, ਕਿਉਂਕਿ ਸਾਡੀ ਮਾਂ ਬੋਲੀ ਹੈਗੀ, ਅਤੇ ਅੰਗਰੇਜ਼ੀ ਦਾ ਸਟੂਡੈਂਟ ਹੋਣ ਦੇ ਨਾਤੇ ਮੇਰੀ PhD ਇੰਗਲਿਸ਼ ਦੇ ਵਿੱਚ ਹੈ ਜੀ। ਅਤੇ ਮੈਂ ਅੱਜ ਕੱਲ੍ਹ ਸਕੂਲ ਆਫ ਸੋਸ਼ਲ ਸਾਇੰਸਿਸ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਸਾਹਿਤ ਬੱਚਿਆਂ ਨੂੰ ਪੜ੍ਹਾ ਰਿਹਾ ਜੀ, ਸਾਹਿਤ ਅਤੇ ਭਾਸ਼ਾ ਜੀ। ਡਾਕਟਰ ਸਾਹਿਬ ਤੁਸੀਂ? ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਵਿੱਚ ਐਜ ਏ ਪ੍ਰੋਜੈਕਟ ਅਸਿਸਟੈਂਟ ਕੰਮ ਸ਼ੁਰੂ ਕੀਤਾ ਸੀ ਆਪਣਾ। ਅੱਛਾ ਜੀ। ਅਤੇ ਅੱਜ ਕੱਲ੍ਹ ਮੈਂ ਪੰਜਾਬੀ ਭਾਸ਼ਾ ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਖੋਜ ਕੇਂਦਰ ਉਹਦੇ ਵਿੱਚ ਕੰਮ ਕਰ ਰਿਹਾ। ਆਹ ਬਹੁਤ ਕੰਮ ਆਏਗਾ ਸਾਡੇ। ਤਕਨੀਕੀ ਤੁਸੀਂ ਕਹਿ ਦਿੱਤਾ ਨਾ, ਅਤੇ ਤੁਹਾਡੇ ਕੋਲ ਪੁੱਛਾਂਗੇ ਤਕਨੀਕ ਪੰਜਾਬੀ ਦੀਆਂ, ਪੰਜਾਬੀ ਦੇ ਕਿਹੜੇ ਕਿਹੜੇ ਸ਼ਬਦ ਜਿਹੜੇ ਤੁਸੀਂ, ਮੇਰੇ ਕੋਲ ਪਤਾ ਪੰਜਾਬੀ ਯੂਨੀਵਰਸਿਟੀ ਨੇ ਕੰਮ ਕੀਤਾ ਇੱਥੇ, ਪਰ ਉੱਤੇ ਗੱਲਾਂ ਕਰਦੇ ਆਪਾਂ ਅੱਗੇ ਚੱਲ ਕੇ। ਹਾਂਜੀ, ਸੋ ਬੜੀ ਖੁਸ਼ੀ ਹੈ ਡਾਕਟਰ ਸਾਹਿਬ ਤੁਸੀਂ ਦੋ ਵਿਦਵਾਨ ਸਾਡੇ ਦਰਮਿਆਨ, ਔਰ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਸਾਨੂੰ ਮਾਣ ਹੈ ਕਿ ਪੰਜਾਬੀ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਬਣੀ। ਜਿਵੇਂ ਡਾਕਟਰ ਵਿਨੋਦ ਨੇ ਦੱਸਿਆ ਕਿ ਭਾਵੇਂ ਮੈਂ ਪ੍ਰੋਫੈਸਰ ਇੰਗਲਿਸ਼ ਦਾ, ਪਰ ਮੇਰਾ ਪਿਆਰ ਜਿਹੜਾ ਆਪਣੀ ਮਾਂ ਬੋਲੀ ਨਾਲ। ਅਤੇ ਪ੍ਰੋਫੈਸਰ ਸਾਹਿਬ ਯੂਨੀਵਰਸਿਟੀ 'ਚ ਜਿਹੜੇ ਨਵੇਂ ਵਿਦਿਆਰਥੀ ਆ, ਪਹਿਲਾਂ ਤਾਂ ਇੱਥੋਂ ਹੀ ਆਪਾਂ ਸ਼ੁਰੂ ਕਰੀਏ, ਜਿਹੜੀ ਭਾਸ਼ਾ ਨਾਲ ਜਿਸ ਤਰ੍ਹਾਂ ਤੁਸੀਂ ਦੋਨੇ ਜਣੇ ਵਾਬਸਤਾ ਜੇ, ਅਤੇ ਜਿਹੜੇ ਨਵੇਂ ਬੱਚੇ ਤੁਹਾਡੇ ਕੋਲ ਪੜ੍ਹਨ ਆਉਂਦੇ ਆ, ਸਟੂਡੈਂਟ ਹੈ, ਵੈਸੇ ਮੈਚਿਓਰ ਹੋ ਕੇ ਆਉਂਦੇ ਯੂਨੀਵਰਸਿਟੀਆਂ 'ਚ, ਉਹਨਾਂ ਦੇ ਤੁਹਾਨੂੰ ਲੱਗਦਾ ਕਿ ਪੰਜਾਬੀ ਪ੍ਰਤੀ ਕਿਸ ਤਰ੍ਹਾਂ ਦਾ ਲਗਾਓ ਹੈ? ਜਾਂ ਤੁਹਾਡੇ ਡਿਪਾਰਟਮੈਂਟਾਂ 'ਚ ਤਾਂ ਹੋਏਗਾ ਹੀ ਪੰਜਾਬੀ, ਖਾਸ ਕਰਕੇ ਤੁਹਾਡੇ, ਅਦਰਵਾਈਜ਼ ਆਪਾਂ ਦੇਖਦੇ ਹਾਂ ਜਦੋਂ ਬਾਹਰ ਨਿਕਲਦੇ ਹਾਂ ਸਮਾਜ ਦੇ ਵਿੱਚ, ਅਤੇ ਪੰਜਾਬੀ ਦਾ ਪ੍ਰਭਾਵ ਸਹਿਜੇ ਸਹਿਜੇ ਘਟਦਾ ਲੱਗਦਾ ਹੈ, ਪਰ ਵਿਦਵਾਨ ਤਾਂ ਕਹਿ ਦਿੰਦੇ ਨਹੀਂ ਪੰਜਾਬੀ ਬੜੀ ਸਟਰੋਂਗ ਹੋ ਰਹੀ ਆ। ਪਰ ਜਦੋਂ ਅਸੀਂ ਆਫਿਸਿਸ ਦੇ ਵਿੱਚ ਜਾਂਦੇ ਹਾਂ, ਬਾਹਰ ਲੋਕਾਂ 'ਚ ਵਿਚਰਦੇ ਹਾਂ, ਅਤੇ ਦੂਜੀਆਂ ਭਾਸ਼ਾ ਦਾ ਬੋਲਬਾਲਾ ਜ਼ਿਆਦਾ, ਥੱਲੇ ਸਕੂਲਿੰਗ ਜਿਹੜੀ ਆ ਉੱਥੇ ਡੰਡੇ ਨਾਲ ਕਿਹਾ ਜਾਂਦਾ ਕਿ ਪੰਜਾਬੀ ਬੋਲ ਨਹੀਂ ਸਕਦੇ ਸਾਡੇ ਸਕੂਲ 'ਚ, ਜਿੱਦਾਂ ਦਾ ਵਾਤਾਵਰਨ ਬਣਿਆ। ਜਦੋਂ ਬੱਚੇ ਮੈਚਿਓਰ ਹੋ ਜਾਂਦੇ ਆ, ਤੁਹਾਡੇ ਕੋਲ ਪਹੁੰਚਦੇ ਆ, ਅਤੇ ਉਹਨਾਂ ਦਾ ਪੰਜਾਬੀ ਪ੍ਰਤੀ ਕਿੱਦਾਂ ਦਾ ਲਗਾਓ ਜਾਂ ਹੇਜ ਹੁੰਦਾ, ਕਿਸ ਤਰ੍ਹਾਂ ਤੁਹਾਨੂੰ ਲੱਗਦਾ? ਇਹ ਜਿੱਥੋਂ ਤੱਕ ਪੰਜਾਬੀ ਭਾਸ਼ਾ ਦੀ ਸਥਿਤੀ ਦਾ ਜੋ ਅੱਜ ਕੱਲ੍ਹ ਦੇ ਹਾਲਾਤ ਆ ਜੀ, ਉਹਨਾਂ ਦੇ ਵਿੱਚ ਆਪਾਂ ਜਦੋਂ ਗੱਲ ਕਰਦੇ ਹਾਂ, ਹਾਂਜੀ, ਉਹਨਾਂ ਦੇ ਵਿੱਚ ਸਥਿਤੀਆਂ ਇਹ ਆ ਜੀ, ਭਾਸ਼ਾ ਮੂਲ ਰੂਪ ਦੇ ਵਿੱਚ ਤਾਂ ਸਾਡੇ ਪਰਿਵਾਰ ਤੋਂ ਜਦੋਂ ਬੱਚਾ ਪੈਦਾ ਹੁੰਦਾ ਉਹ ਉਦੋਂ ਤੋਂ ਹੀ ਗ੍ਰਹਿਣ ਕਰਨੀ ਸ਼ੁਰੂ ਕਰ ਦਿੰਦਾ, ਪਰ ਉਹਦੀ ਉਮਰ ਦੇ ਵਧਣ ਨਾਲ ਜਿਵੇਂ ਜਿਵੇਂ ਜ਼ਿੰਮੇਵਾਰੀਆਂ ਅੱਗੇ ਚੱਲਦੀਆਂ, ਉਹਦੇ ਲਈ ਰੁਜ਼ਗਾਰ ਦਾ ਜਿਹੜਾ ਮਸਲਾ ਉਹ ਬਹੁਤ ਅਹਿਮ ਮਸਲਾ ਬਣ ਜਾਂਦਾ, ਰੋਜੀ ਰੋਟੀ ਦਾ ਸਵਾਲ ਜਿਹੜਾ ਕਿਸੇ ਵੀ ਬੰਦੇ ਲਈ। ਸੋ ਭਾਸ਼ਾ ਜੇ ਤੁਹਾਡੇ ਰੁਜ਼ਗਾਰ ਦੇ ਨਾਲ ਜੁੜ ਜਾਵੇ, ਜੇ ਕਿਤੇ ਤੁਹਾਡੇ ਰੁਜ਼ਗਾਰ ਦੇ ਵਿੱਚ ਪੂਰੀ ਤਰ੍ਹਾਂ ਸਹਾਈ ਹੁੰਦੀ ਹੋਵੇ, ਸੋ ਉਹ ਮੈਨੂੰ ਲੱਗਦਾ ਵੀ ਜਿਹੜੀ ਭਾਸ਼ਾ ਦਾ ਰੋਲ ਬਹੁਤ ਇੰਪੋਰਟੈਂਟ ਹੋ ਜਾਂਦਾ। ਕਿਤੇ ਨਾ ਕਿਤੇ ਜੇ ਪੰਜਾਬੀ ਬੰਦਾ ਆਪਣੀ ਭਾਸ਼ਾ ਨਾਲੋਂ ਟੁੱਟ ਰਿਹਾ ਜਾਂ ਬੇਮੁਖ ਹੋਣ ਦੇ ਰਾਹ ਪੈਂਦਾ, ਉਹ ਮੈਨੂੰ ਜਾਪਦਾ ਵੀ ਕਿਤੇ ਨਾ ਕਿਤੇ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਜਿਹੜੇ ਮੌਕੇ ਆ ਉਹ ਉਸ ਤਰ੍ਹਾਂ ਦੇ ਨਹੀਂ ਬਣ ਪਾਏ, ਜਾਂ ਉਹਨਾਂ ਵਾਸਤੇ ਕੰਮ ਨਹੀਂ ਉਵੇਂ ਕੀਤਾ ਸਰਕਾਰਾਂ ਵੱਲੋਂ, ਜਾਂ ਜਿਹੜੀਆਂ ਆਮ ਜਿਹੜੇ ਲੋਕ ਹੈਗੇ ਆ, ਜਿਹੜੇ ਆਪਣਾ ਬਿਜ਼ਨਸ ਵਾਲਾ ਤਬਕਾ ਹੈਗਾ, ਉਹ ਆਪਣੀ ਲੈਂਗੁਏਜ ਨੂੰ ਪ੍ਰਮੋਟ ਕਰਨ ਵਿੱਚ ਉਵੇਂ ਸ਼ਾਇਦ ਯੋਗਦਾਨ ਨਹੀਂ ਪਾ ਸਕਿਆ, ਜਿਨ੍ਹਾਂ ਕਾਰਨਾਂ ਕਰਕੇ ਕਿਤੇ ਨਾ ਕਿਤੇ ਜਿਹੜਾ ਸਾਡਾ ਬੋਲਣ ਚੱਲਣ ਦਾ ਪੱਧਰ ਤਾਂ ਠੀਕ ਆ, ਪਰ ਨੌਜਵਾਨ ਜਿਹੜਾ ਅੱਜ ਕੱਲ੍ਹ ਦਾ ਉਹ ਇਸ ਗੱਲੋਂ ਥੋੜ੍ਹਾ ਜਿਹਾ ਆਵਾਜ਼ਾਰ ਮਹਿਸੂਸ ਹੁੰਦਾ ਵੀ ਜਿਹੜੀ ਭਾਸ਼ਾ ਦੇ ਵਿੱਚ ਅਸੀਂ ਬੋਲ ਕੇ ਜਾਂ ਕੰਮ ਕਰਕੇ ਆਪਣੀ ਰੋਜੀ ਰੋਟੀ ਦਾ ਮਸਲਾ ਹੱਲ ਨਹੀਂ ਕਰ ਪਾਉਂਦੇ, ਉਹਦੇ ਨਾਲ ਅਸੀਂ ਸ਼ਾਇਦ ਅੱਗੇ
ਨਾ ਵੱਧ ਸਕੀਏ। ਅੱਛਾ, ਇਹ ਬੜਾ ਵਾਸਟ ਵੱਡੀ ਗੱਲ ਹੈ ਜਿਹੜੀ ਆਪਾਂ ਸ਼ੁਰੂ ਕੀਤੀ ਆ। ਬਹੁਤ ਸਾਰੇ ਲੋਕਾਂ ਦਾ ਡਾਕਟਰ ਨੂੰ ਤੁਹਾਡੇ ਤੋਂ ਮੈਂ ਪੁੱਛਦਾ ਆ ਕਿ ਭਾਸ਼ਾ ਬੜੀ ਅਮੀਰ ਰਿਚ ਭਾਸ਼ਾ ਸਾਡੀ ਕਿਹਾ ਜਾਂਦਾ, ਬਹੁਤ ਵਿਰਾਸਤ ਸਾਡੀ ਅਮੀਰ ਹੈ, ਬਹੁਤ ਮਤਲਬ ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਵਰਗੀ ਮਤਲਬ ਜਿਹੜੀ ਐਡੀ ਉੱਚ ਪਾਏ ਦੀ ਬਾਣੀ ਦੇ ਰੂਪ 'ਚ ਸਾਡੇ ਸਾਹਮਣੇ ਕਵਿਤਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਜਾਂ ਉਹ ਤੋਂ ਵੀ ਪੁਰਾਤਨ ਲੋਕਾਂ ਦੀ ਸਾਡੇ ਵਿੱਚ ਹੈ, ਬਾਬਾ ਬੁੱਲੇ ਸ਼ਾਹ ਵਾਰਸ, ਜਦੋਂ ਆਪਾਂ ਪਿੱਛੇ ਨੂੰ ਜਾਂਦੇ ਹਾਂ ਤੇ ਬਹੁਤ ਅਮੀਰ ਸਾਡਾ ਵਿਰਸਾ ਹੈ। ਤੇ ਪਰ ਜਿਹੜਾ ਮੌਜੂਦਾ ਦੌਰ ਹੈ ਜਿਹਨੂੰ ਅਸੀਂ ਸਾਇੰਸ ਦਾ ਯੁੱਗ ਕਹਿੰਦੇ, ਇੱਥੇ ਆ ਕੇ ਕਿਤੇ ਕਿਤੇ ਆਪਾਂ ਨੂੰ ਸਾਰਿਆਂ ਨੂੰ ਲੱਗਦਾ ਕਿ ਅਸੀਂ ਕਿਤੇ ਪਛੜ ਗਏ ਹਾਂ। ਜਿੱਦਾਂ ਡਾਕਟਰ ਸਾਹਿਬ ਕਹਿ ਰਹੇ ਗੁਰਮੀਤ ਨਹੀਂ ਕਿ ਰੁਜ਼ਗਾਰ ਦੀ ਭਾਸ਼ਾ ਨਾ ਬਣਨ ਕਰਕੇ ਕਿਤੇ ਨਾ ਕਿਤੇ ਆਪਾਂ ਪਛੜ ਰਹੇ ਹਾਂ। ਪਰ ਮੈਨੂੰ ਤਾਂ ਕਈ ਵਾਰ ਲੱਗਦਾ ਹੈ ਕਿ ਰੁਜ਼ਗਾਰ ਦੀ ਭਾਸ਼ਾ ਬਣ ਸਕਦੀ ਆ, ਉਹਦੇ ਲਈ ਸਾਡੇ ਜਿਹੜੇ ਵਿਦਵਾਨ ਹੈ ਯੂਨੀਵਰਸਿਟੀਆਂ ਉਹਨਾਂ ਨੂੰ ਇੱਥੇ ਕੰਮ ਕਰਨਾ ਚਾਹੀਦਾ। ਜਰਮਨ ਵੇਖ ਲਓ, ਫਰਾਂਸ ਵੇਖ ਲਓ, ਜਿੱਥੇ ਲੋਕੀ ਇੱਕ ਅੱਖਰ ਵੀ ਅੰਗਰੇਜ਼ੀ, ਰਸ਼ੀਆ ਦੀ ਵੇਖ ਲਓ, ਚਾਈਨਾ ਵੇਖ ਲਓ, ਕਿ ਉਹਨਾਂ ਨੇ ਆਪੋ ਆਪਣੀਆਂ ਭਾਸ਼ਾਵਾਂ 'ਚ ਤਰੱਕੀਆਂ ਨਹੀਂ ਕੀਤੀਆਂ। ਪਹਿਲਾਂ ਤਾਂ ਪੰਜਾਬੀ ਭਾਸ਼ਾ ਦੇ ਪਿਛੋਕੜ ਬਾਰੇ ਤੁਹਾਡੇ ਕੋਲ ਮੈਂ ਜਾਣ ਲੈਣਾ ਕਿ ਕਿੰਨਾ ਕੁ ਅਮੀਰ ਹੈ, ਤੇ ਫਿਰ ਆਪਾਂ ਜਿਹੜਾ ਮੌਜੂਦਾ ਦੌਰ ਉੱਤੇ ਵੀ ਗੱਲਾਂ ਬਾਤਾਂ ਥੋੜ੍ਹੀਆਂ ਕਰਦੇ ਹਾਂ ਜੀ। ਮੈਂ ਡਾਕਟਰ ਗੁਰਮੀਤ ਸਿੰਘ ਦੀ ਗੱਲ 'ਚ ਕੁਛ ਵਾਧਾ ਕਰਨਾ ਚਾਹੁੰਦਾ ਜੀ। ਮੈਨੂੰ ਇਹ ਲੱਗਿਆ ਕਿ ਜੋ ਮੇਰੇ ਐਕਸਪੀਰੀਅੰਸ ਨੇ, ਜੋ ਮੈਂ ਓਬਜ਼ਰਵ ਕੀਤਾ, ਹਾਂਜੀ, ਇਹ ਆਪਾਂ ਗੱਲ ਕਰਦੇ ਹਾਂ ਪੰਜਾਬੀ ਭਾਸ਼ਾ ਦੀ ਕਿ ਪੰਜਾਬੀ ਭਾਸ਼ਾ ਨੂੰ ਕਿਹੜੀਆਂ ਔਕੜਾਂ ਜਾਂ ਤੰਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਜਦੋਂ ਅਸੀਂ ਯੂਨੀਵਰਸਿਟੀਆਂ 'ਚ ਜਾਂ ਸਾਡੇ ਕਲਾਸਰੂਮ 'ਚ ਦੇਖਦੇ ਹਾਂ ਕਿ ਬੱਚੇ ਨਵੇਂ ਆਉਂਦੇ ਨੇ, ਕਿ ਵਿਦਿਆਰਥੀ, ਉਹਨਾਂ ਦੇ ਵਿੱਚ ਸਿਰਫ ਇਹ ਨਹੀਂ ਕਿ ਪੰਜਾਬੀ ਭਾਸ਼ਾ ਦੇ ਵਿੱਚ ਉਹਨਾਂ ਨੂੰ ਦਾ ਜਿਹੜਾ ਹੱਥ ਹੈ ਜਿਹੜਾ ਉਹ ਤੰਗ ਹੈ, ਕਿ ਉਹਨਾਂ ਨੂੰ ਕੋਈ ਪੋਲਿਸ਼ ਲੈਂਗੁਏਜ ਨਹੀਂ ਹੈ ਉਹਨਾਂ ਦੀ ਪੰਜਾਬੀ। ਐਕਚੁਅਲੀ ਜਦੋਂ ਦੇਖਦੇ ਹਾਂ ਅਸੀਂ ਅੰਗਰੇਜ਼ੀ ਭਾਸ਼ਾ ਨੂੰ ਪੜ੍ਹਾਉਂਦੇ ਹੈਗੇ ਤਾਂ ਉਹਦੇ ਵਿੱਚ ਵੀ ਉਹਨਾਂ ਦਾ ਹੱਥ ਤੰਗ ਹੈ। ਪੰਜਾਬੀ ਪੜ੍ਹਾਉਂਦੇ, ਅੰਗਰੇਜ਼ੀ ਤੇ ਪੰਜਾਬੀਆਂ ਦਾ ਸਾਰਿਆਂ ਦਾ ਤੰਗ ਹੁੰਦਾ ਜੀ। ਤੁਸੀਂ ਪਤਾ ਨਹੀਂ ਅੰਗਰੇਜ਼ੀ ਪਾਸੇ ਕਿੱਥੋਂ ਚੱਲ ਗਏ। ਅਸੀਂ ਸਰਕਾਰੀ ਸਕੂਲਾਂ ਦੀ ਪੈਦਾਵਾਰ ਜਿੰਨੇ ਆ, ਅੰਗਰੇਜ਼ੀ ਜੋ ਹਮੇਸ਼ਾ ਤੰਗ ਹੁੰਦਾ। ਜੋ ਮਤਲਬ ਮੌਜੂਦਾ ਸਮੇਂ ਮੈਨੂੰ ਕ੍ਰਾਈਸਿਸ ਲੱਗਦਾ ਜੀ, ਉਹ ਪੰਜਾਬੀ ਭਾਸ਼ਾ ਦਾ ਨਹੀਂ ਹੈ, ਐਕਚੁਅਲੀ ਭਾਸ਼ਾ ਦਾ ਕ੍ਰਾਈਸਿਸ ਹੈ ਸਾਡੇ। ਖਾਸ ਕਰ ਜਦੋਂ ਅਸੀਂ ਪੰਜਾਬ ਦੇ ਬੱਚਿਆਂ ਨੂੰ ਦੇਖਦੇ ਹਾਂ ਜਾਂ ਅਸੀਂ ਹਿੰਦੁਸਤਾਨ ਦੇ ਵਿੱਚ ਬਾਕੀ ਭਾਸ਼ਾਵਾਂ ਵੀ ਦੇਖਦੇ ਹਾਂ, ਖੇਤਰੀ ਭਾਸ਼ਾਵਾਂ ਨੇ ਜਿਹੜੀਆਂ, ਉਹਨਾਂ ਦੇ ਬੱਚਿਆਂ ਨੂੰ ਕੀ ਹੈ ਕਿ ਅਸੀਂ ਲੈਂਗੁਏਜ ਡਿਵੈਲਪਮੈਂਟ ਤੇ ਫੋਕਸ ਹੀ ਨਹੀਂ ਕਰ ਪਾ ਰਹੇ ਉਸ ਤਰ੍ਹਾਂ ਜਿੱਦਾਂ ਕਰਨਾ ਬਣਦਾ ਹੈ। ਨਹੀਂ, ਕਾਰਨ ਤੁਸੀਂ ਕੀ ਦੇਖਦੇ ਹੋ ਇਹਦੇ? ਕਾਰਨ ਤੁਸੀਂ ਜਿਹੜਾ ਬੁਨਿਆਦ ਆ ਸਾਡੀ, ਉੱਥੇ ਕੋਈ ਕਮਜ਼ੋਰੀ ਆ? ਪਤਾ ਕੀ ਹੁੰਦਾ, ਮੇਰੇ ਬਹੁਤ ਸਾਰੇ ਮਿੱਤਰ ਟੀਚਰ ਨੇ, ਉਹ ਕਹਿੰਦੇ ਆ ਕਿ ਯਾਰ ਪਹਿਲੀ ਤੋਂ ਪੰਜਵੀਂ ਤੱਕ ਪ੍ਰਾਇਮਰੀ ਸਕੂਲ 'ਚ ਬੱਚੇ ਜਦੋਂ ਆਉਂਦੇ ਆ ਨਾ ਸਾਡੇ ਕੋਲ, ਸੀਨੀਅਰ 8ਵੀਂ 9ਵੀਂ 7ਵੀਂ 'ਚ, ਉਹਨਾਂ ਦੇ ਪੱਲੇ ਕੱਖ ਨਹੀਂ ਹੁੰਦਾ, ਅਸੀਂ ਕੀ ਕਰੀਏ, ਜਿਹੜੀਆਂ ਚੀਜ਼ਾਂ ਉਹਨਾਂ ਥੱਲਿਓਂ ਸਿੱਖ ਕੇ ਆਉਣੀਆਂ ਉਹਨਾਂ ਨੂੰ ਪਤਾ ਹੀ ਨਹੀਂ। ਜਦੋਂ ਹਾਈ ਸਕੂਲ 'ਚ ਜਾਂਦੇ ਉਹ ਕਹਿੰਦੇ ਯਾਰ ਮਿਡਲ ਵਾਲਿਆਂ ਕੁਝ ਨਹੀਂ ਕਰਾਇਆ, ਤੇ ਇੱਦਾਂ ਕਰਾ ਕੇ ਮੈਟ੍ਰਿਕ ਕਰ ਲਈ, ਕਾਲਜਾਂ ਚੱਲ ਗਏ ਕੁਛ ਕਿ ਜਿੱਦਾਂ ਦਾ ਸਾਡਾ ਮਾਹੌਲ ਹੈ ਉੱਥੇ ਧੱਕੇ ਨਾਲ ਵੀ ਆਪਾਂ ਕਰ ਜਾਂਦੇ ਹਾਂ। ਤੇ ਫਿਰ ਬਾਅਦ ਵਿੱਚ ਯੂਨੀਵਰਸਿਟੀਆਂ ਕਾਲਜਸ ਦੇ ਜਿਹੜੇ ਪ੍ਰੋਫੈਸਰ ਲੋਕ, ਤੁਸੀਂ ਕਹਿੰਦੇ ਹੋ ਥੱਲਿਓਂ ਬੁਨਿਆਦ ਨਹੀਂ ਬਣ ਕੇ ਹੁਣ ਇਹਨਾਂ ਨੂੰ ਮੁੜ ਤੋਂ ਕਿੱਥੋਂ ਸ਼ੁਰੂ ਕਰਾਈਏ? ਇਹ ਕਮਜ਼ੋਰੀ ਕਿੱਥੇ ਆ ਤੇ ਕਿਵੇਂ ਤੁਹਾਨੂੰ ਇਹਦੀ ਨਿਸ਼ਾਨਦੇਹੀ ਕੀ ਕਰਦੇ ਹੋ? ਜੋ ਮੈਨੂੰ ਗੱਲ ਸਮਝ ਆਉਂਦੀ ਹੈ ਜੀ, ਅਸੀਂ ਪ੍ਰਾਇਮਰੀ ਲੈਵਲ ਤੇ ਕਿਤੇ ਕਿ ਭਾਸ਼ਾ ਨੂੰ ਉਹ ਸਥਾਨ ਨਹੀਂ ਦਿੰਦੇ ਮਨੁੱਖ ਦੇ ਜੀਵਨ 'ਚ ਜੋ ਉਹਦਾ ਬਣਦਾ ਹੈ। ਭਾਸ਼ਾ ਤੁਹਾਡਾ ਆਧਾਰ ਹੈ। ਜਦੋਂ ਅਸੀਂ ਇਨਸਾਨ ਪੈਦਾ ਹੁੰਦਾ ਹੈ, ਈਵਨ ਜਦੋਂ ਬੱਚਾ ਆਪਣੇ ਨਾਮ ਬਾਰੇ ਜਾਣਨਾ ਸ਼ੁਰੂ ਕਰਦਾ, ਚਾਹੇ ਆਪਣੀ ਮਾਂ ਬੋਲੀ 'ਚ ਕਰਦਾ ਜਾਂ ਕਿਸੇ ਸੈਕੰਡਰੀ ਬੋਲੀ 'ਚ ਕਰਦਾ ਹੈ, ਉਹ ਆਪਣੇ ਆਪ ਨੂੰ ਉਸ ਚੀਜ਼ ਨਾਲ ਆਇਡੈਂਟੀਫਾਈ ਕਰਦਾ ਹੈ। ਜਦੋਂ ਤੁਹਾਡੀ ਪਛਾਣ, ਤੁਹਾਡੀ ਸਮਝ ਭਾਸ਼ਾ ਰਾਹੀਂ ਆਪਣਾ ਰੂਪ ਲੈ ਰਹੀ ਹੈ, ਤਾਂ ਅਸੀਂ ਭਾਸ਼ਾ ਨੂੰ ਮਤਲਬ ਸੈਕੰਡਰੀ ਲੈਵਲ ਤੇ ਕਿਵੇਂ ਧੱਕ ਸਕਦੇ ਹਾਂ? ਤੁਸੀਂ ਸੋਚਣਾ ਹੀ ਭਾਸ਼ਾ ਤੋਂ ਸ਼ੁਰੂ ਕਰ ਦਿਓਗੇ। ਜੇ ਤੁਹਾਨੂੰ ਕੋਈ ਭਾਸ਼ਾ ਨਹੀਂ ਆਉਂਦੀ, ਦੈਨ ਯੂ ਕੈਨ ਨਾਟ ਥਿੰਕ। ਆਪਾਂ ਸੋਚ ਵੀ ਨਹੀਂ ਸਕਦੇ। ਮੇਰੇ ਕੋਲ ਵੋਕੈਬਲਰੀ ਨਹੀਂ ਹੈ ਪੰਜਾਬੀ ਦੀ ਜਾਂ ਅੰਗਰੇਜ਼ੀ ਕਿਸੇ ਵੀ ਭਾਸ਼ਾ ਦੀ। ਡਾਕਟਰ ਸਾਹਿਬ ਇੱਦਾਂ ਹੁਣ ਨਵੇਂ ਦੌਰ 'ਚ ਕਿਹਾ ਜਾ ਰਿਹਾ ਹੈ ਕਿ ਜਿਹੜੇ ਸਰਕਾਰੀ ਸਕੂਲ ਉਹਨਾਂ 'ਚ ਵੀ ਪਹਿਲੀ ਤੋਂ ਅੰਗਰੇਜ਼ੀ ਵੀ ਸ਼ੁਰੂ ਕਰੋ, ਪਰ ਅਦਰਵਾਈਜ਼ ਤਾਂ ਅਸੀਂ ਪੰਜਾਬੀ ਪੜ੍ਹ ਸਾਰੇ ਵੱਡੇ ਹੋਏ। ਹੁਣ ਵੀ ਸਕੂਲਾਂ 'ਚ ਜਿਹੜੀ KG ਲੈਵਲ ਤੋਂ ਜਾਂ ਕਰਕੇ, ਅੰਗਰੇਜ਼ੀ ਸਕੂਲਾਂ ਦੀ ਮੈਂ ਗੱਲ ਨਹੀਂ ਕਰ ਰਿਹਾ, ਜਿਹੜਾ ਸਾਡਾ ਸਿਸਟਮ ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ, ਉਹਦੇ ਵਿੱਚ ਤਾਂ ਚੌਥੀ ਪੰਜਵੀਂ ਤੱਕ ਜਾ ਕੇ ਪੰਜਾਬੀ ਪੜ੍ਹਦੇ, 6ਵੀਂ ਜਾ ਕੇ ਜਿਹੜੇ ਬੰਦੇ ਜੀ ਆਪਾਂ ਪੰਜਾਬੀ ਪੜ੍ਹ ਕੇ ਆਏ ਆ, ਤਾਂ ਮੈਨੂੰ ਲੱਗਦਾ ਸਾਡਾ ਬੇਸ ਉਹਨਾਂ ਨਾਲੋਂ ਜ਼ਿਆਦਾ ਸਟਰੋਂਗ ਹੈ ਬੱਚਿਆਂ ਨਾਲੋਂ, ਜਿਹੜੇ ਬੱਚਿਆਂ ਨੂੰ ਅਸੀਂ ਸੈਕੰਡਰੀ ਭਾਸ਼ਾ ਪਹਿਲਾਂ ਪੜ੍ਹਾਉਣੀ ਸ਼ੁਰੂ ਕੀਤੀ ਹੈ। ਅੱਛਾ, ਆਪਣੀ ਭਾਸ਼ਾ ਤੁਸੀਂ ਕਦੇ ਵੀ ਇਹ ਨੋਟ ਕਰਕੇ ਦੇਖ ਲਿਓ, ਜਿਹੜੇ ਅੱਜ ਕੱਲ੍ਹ ਦੇ ਬੱਚੇ ਨੇ, ਅਸੀਂ ਕਨਵੈਂਟ ਸਕੂਲਾਂ ਦੀ ਗੱਲ ਕਰਦੇ ਹਾਂ, ਬੱਚਿਆਂ ਦਾ ਜਿਹੜਾ ਫਲੋ ਹੈ ਅੰਗਰੇਜ਼ੀ ਦੇ ਵਿੱਚ ਚੰਗਾ ਹੋ ਸਕਦਾ ਹੈ, ਪਰ ਕੰਟੈਕਚੁਅਲੀ ਉਹ ਚੀਜ਼ਾਂ ਨੂੰ ਉਸ ਤਰ੍ਹਾਂ ਨਹੀਂ ਸਮਝ ਸਕਦੇ ਜਿਸ ਤਰ੍ਹਾਂ ਕਿ ਅਸੀਂ ਆਪਣੀ ਮਾਂ ਬੋਲੀ ਦੇ ਵਿੱਚ ਸਮਝਦੇ ਹਾਂ। ਨਹੀਂ, ਵੋਕੈਬਲਰੀ ਦੀ ਘਾਟ ਹੁੰਦੀ ਆ ਜਾਂ ਕੋਈ ਗ੍ਰਾਮੈਟੀਕਲ ਮਿਸਟੇਕ ਕਰਦੇ ਆ, ਬੋਲਣ ਵਾਲੀ ਗੱਲ ਤੇ ਹੋ ਰਿਹਾ ਨਾ, ਬੋਲਣ ਪੂਰੇ ਸਿਸਟਮ ਦੀ ਗੱਲ ਹੋ ਗਈ ਨਾ ਜੀ। ਉਹ ਲੈਂਗੁਏਜ ਇੱਕ ਪੂਰਾ ਸਿਸਟਮ ਹੈ ਜੀ, ਉਹ ਕੱਲਾ ਵੋਕੈਬਲਰੀ ਤੇ ਨਹੀਂ ਟਿਕਿਆ ਹੋਇਆ, ਕੱਲਾ ਉਹ ਕਿਸੇ ਭਾਸ਼ਾ ਤੇ ਨਹੀਂ ਟਿਕਿਆ ਹੋਇਆ। ਐਕਚੁਅਲੀ ਲੈਂਗੁਏਜ ਨੂੰ ਕੰਟੈਕਚੁਅਲਾਈਜ਼ ਕਰਨਾ, ਜਿਵੇਂ ਹੁਣ ਸਾਡੇ ਕਲਚਰਲ ਸਿੰਬਲ ਵੀ ਨੇ ਜੀ, ਜੇ ਸਾਨੂੰ ਸਮਝ ਹੀ ਨਹੀਂ ਕਿ ਕੋਈ ਲੇਡੀ ਨੇ, ਕਿਸੇ ਨੇ ਚਿੱਟੇ ਰੰਗ ਦੇ ਕੱਪੜੇ ਪਾਏ ਨੇ, ਉਹਦਾ ਅਰਥ ਕੀ ਹੈ, ਉੱਥੇ ਯੂਰਪ 'ਚ ਹੋਰ ਹੋਊਗਾ, ਸਾਡੇ ਇੰਡੀਆ 'ਚ ਹੋਰ ਹੋਊਗਾ, ਹੈ ਨਾ ਜੀ। ਉਹਨੂੰ ਕੰਟੈਕਚੁਅਲਾਈਜ਼ ਕਿਸ ਤਰ੍ਹਾਂ ਕਰਦੇ ਹਾਂ ਜੀ?
ਉੱਥੇ ਭਾਸ਼ਾ ਇਕੱਲੀ ਇਹ ਨਹੀਂ ਹੈ ਵੀ ਪੰਜਾਬੀ ਦੀ ਗੱਲ ਹੈ, ਅੰਗਰੇਜ਼ੀ ਦੀ, ਹਿੰਦੀ ਦੀ। ਉਹ ਗੱਲ ਇਹ ਹੈ ਕਿ ਅਸੀਂ ਭਾਸ਼ਾ ਨੂੰ ਕਿੰਨੀ ਕੁ ਇੰਪੋਰਟੈਂਸ ਦਿੰਦੇ ਹੈਗੇ, ਅਤੇ ਭਾਸ਼ਾ ਨੂੰ ਅਸੀਂ ਆਪਣੀ ਭਾਸ਼ਾ ਨੂੰ ਅਮੀਰ ਕਰਨ ਦੇ ਲਈ ਕਿਹੜੇ ਕਿਹੜੇ ਸਟੈਪ ਚੁੱਕਦੇ ਹਾਂ। ਪ੍ਰਾਇਮਰੀ ਗੱਲ ਇਹ ਹੈ ਕਿ ਸਾਨੂੰ ਜਦੋਂ ਜ਼ਿੰਦਗੀ ਨੂੰ ਸਮਝਣਾ ਸ਼ੁਰੂ ਕਰਦੇ ਹਾਂ, ਸਾਨੂੰ ਸਾਡੀ ਮਾਂ ਬੋਲੀ ਨੂੰ ਆਧਾਰ ਬਣਾ ਕੇ ਅੱਗੇ ਤੁਰਨ ਦੀ ਲੋੜ ਹੈ। ਜਿਹੜੀਆਂ ਬਾਕੀ ਭਾਸ਼ਾਵਾਂ ਨੇ ਜਿਹਨੂੰ ਅਸੀਂ ਥੋਪੀਆਂ ਹੋਈਆਂ ਸਮਝ ਲੈਂਦੇ ਹਾਂ, ਜਾਂ ਜਿਨ੍ਹਾਂ ਨੂੰ ਅਸੀਂ ਕੈਪੀਟਲਿਜ਼ਮ ਦੀ ਦੇਣ ਮੰਨਦੇ ਹਾਂ ਕਿ ਸਾਡਾ ਜਿਹੜਾ ਬਿਜ਼ਨਸ ਹੈ, ਸਾਡੀ ਪ੍ਰੋਫੈਸ਼ਨਲ ਲੈਂਗੁਏਜ ਹੈ, ਉਹ ਕੋਈ ਇੰਟਰਨੈਸ਼ਨਲ ਲੈਂਗੁਏਜ ਹੋਣੀ ਚਾਹੀਦੀ ਹੈ, ਉਹ ਸਾਰੀਆਂ ਮੇਰੇ ਖਿਆਲ ਹੈ ਉਹ ਸੈਕੰਡਰੀ ਭਾਸ਼ਾਵਾਂ ਨੇਗੀਆਂ। ਕਿਉਂਕਿ ਤੁਸੀਂ ਜਦੋਂ ਲਰਨ ਕਰਨ ਦੇ ਪ੍ਰੋਸੈਸ 'ਚੋਂ ਗੁਜ਼ਰਦੇ ਹੋ ਤਾਂ ਪ੍ਰਾਇਮਰੀਲੀ ਤੁਹਾਡੀ ਜਿਹੜੀ ਬੇਸ ਹੈ, ਆਧਾਰ ਹੈ, ਤੁਹਾਡਾ ਪਹਿਲੀ ਪੌੜੀ ਹੈ, ਉਹ ਤਾਂ ਮਾਂ ਬੋਲੀ ਹੋਣੀ ਚਾਹੀਦੀ ਹੈ ਨਾ ਜੀ। ਨਹੀਂ, ਉਹ ਤਾਂ ਮੈਂ ਤੁਹਾਡੀ ਗੱਲ ਨਾਲ ਬਿਲਕੁਲ 100% ਸਹਿਮਤ। ਡਾਕਟਰ ਸਾਹਿਬ, ਜਿੱਦਾਂ ਆਪਾਂ ਕਹਿ ਰਹੇ ਹਾਂ ਮੌਜੂਦਾ ਦੌਰ ਦੀ ਗੱਲ ਹੈ, ਚਲੋ ਆਪਾਂ ਇੱਧਰ ਬਾਅਦ 'ਚ ਆਉਂਦੇ ਹਾਂ। ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਭਾਸ਼ਾ, ਇਹਦੀ ਜਿੱਦਾਂ ਮੈਂ ਸ਼ੁਰੂਆਤ 'ਚ ਕਿਹਾ ਵੀ ਅਮੀਰੀ ਦੀ ਗੱਲ ਹੈ, ਇਹਦਾ ਜਿਹੜਾ ਲਿਟਰੇਚਰ ਹੈ, ਉਹਦੇ ਬਾਰੇ ਤੁਸੀਂ ਕੀ ਸਮਝਦੇ ਹੋ ਕਿ ਜਿਹੜੇ ਦੁਨੀਆ ਦੀਆਂ ਬਾਕੀ ਵਿਕਸਿਤ ਭਾਸ਼ਾ ਨੇ ਉਹਨਾਂ ਦੇ ਪਾਇਦਾ ਹੈ ਜਾਂ ਅਸੀਂ ਕਿਤੇ ਕਮਜ਼ੋਰ ਹਾਂ ਕਿਤੇ? ਇਹਦੇ ਬਾਰੇ ਗਿੱਲ ਸਾਹਿਬ ਜੋ ਮੈਂ ਸੋਚਦਾ, ਮੈਨੂੰ ਲੱਗਦਾ ਵੀ ਕੋਈ ਲਿਟਰੇਚਰ ਉੱਚਾ ਜਾਂ ਨੀਵਾਂ ਨਹੀਂ, ਜਾਂ ਕੋਈ ਭਾਸ਼ਾ ਉੱਚੀ ਜਾਂ ਨੀਵੀਂ ਨਹੀਂ, ਕਿਉਂਕਿ ਆਈਡੀਆਜ਼ ਜਾਂ ਜਿਹੜੀ ਕਲਪਨਾ, ਬੇਸਿਕਲੀ ਸਾਹਿਤ ਦਾ ਸੰਬੰਧ ਕਲਪਨਾ ਹੀ ਆ। ਕਲਪਨਾ ਹਰ ਸਮਾਜ ਦੇ, ਹਰ ਸੱਭਿਆਚਾਰ ਦੇ ਲੋਕ ਕਰਦੇ ਆ, ਹਰ ਭਾਸ਼ਾ ਦੇ ਲੋਕ ਕਲਪਨਾ ਕਰਦੇ ਆ। ਤੇ ਨਹੀਂ, ਉਹਨੂੰ ਸਾਹਿਤ 'ਚ ਤਬਦੀਲ ਕਰਨ ਲਈ ਵੀ ਕੁਝ ਲੋਕ ਚਾਹੀਦੇ ਹੁੰਦੇ ਆ ਨਾ। ਕਲਪਨਾ ਭਾਵੇਂ ਆਪਾਂ ਸੁਪਨੇ ਲੈਂਦੇ ਰਹੀਏ ਜੋ ਮਰਜ਼ੀ। ਨਹੀਂ, ਉਹ ਠੀਕ ਹੈ ਜੀ ਗੱਲ। ਉਹਦੇ ਵਿੱਚ ਭਾਸ਼ਾ ਦੇ ਹੀਣ ਜਾਂ ਉੱਚੇ ਹੋਣ ਦਾ ਸਵਾਲ ਨਹੀਂ, ਜਾਂ ਕਿਸੇ ਵਿਸ਼ੇਸ਼ ਭਾਸ਼ਾ ਦੇ ਲਿਟਰੇਚਰ ਦੇ ਚੰਗੇ ਜਾਂ ਮਾੜੇ ਹੋਣ ਦਾ ਸਵਾਲ ਨਹੀਂਗਾ। ਲਿਟਰੇਚਰ ਬੇਸਿਕਲੀ ਸਾਡੇ ਤਜਰਬਿਆਂ ਜਾਂ ਜਿਹੜੇ ਕੋਈ ਵੀ ਸਾਹਿਤਕਾਰ ਆ, ਉਹ ਚੀਜ਼ਾਂ ਨੂੰ ਕਿਵੇਂ ਦੇਖਦਾ ਤੇ ਉਹਨਾਂ ਨੂੰ ਉਹ ਆਪਣੇ ਸ਼ਬਦਾਂ ਦੇ ਵਿੱਚ ਕਿਵੇਂ ਬਿਆਨ ਕਰਦਾ, ਸਮਾਜ ਨੂੰ ਉਹ ਕਿਵੇਂ ਸਮਝਦਾ, ਸੱਭਿਆਚਾਰ ਨੂੰ ਕਿਵੇਂ ਸਮਝਦਾ, ਉਹ ਧਰਮ ਨੂੰ ਜਾਂ ਆਪਣੇ ਆਲੇ ਦੁਆਲੇ ਨੂੰ ਕਿਵੇਂ ਵੇਖਦਾ, ਤੇ ਫਿਰ ਉਹ ਕਿਸ ਵਿਸ਼ੇਸ਼ ਦ੍ਰਿਸ਼ਟੀ ਦੀ ਰਿਫਲੈਕਸ਼ਨ ਜਿਹੜੀ ਆ ਉਹਦੇ ਸਾਹਿਤ ਦੇ ਵਿੱਚੋਂ ਆਉਂਦੀ ਆ, ਮੂਲ ਰੂਪ 'ਚ ਇਹਦੇ ਨਾਲ ਸੰਬੰਧਿਤ ਆ। ਜਿੱਥੋਂ ਤੱਕ ਪੰਜਾਬੀ ਭਾਸ਼ਾ ਵਿੱਚ ਰਚੇ ਗਏ ਸਾਹਿਤ ਦਾ ਸਵਾਲ ਆ, ਮੈਨੂੰ ਲੱਗਦਾ ਵੀ ਜਿਹੜੇ ਬਾਬਾ ਫਰੀਦ ਜੀ 12ਵੀਂ ਸਦੀ ਦੇ ਸਾਡੇ ਜਿਹੜੇ ਪੰਜਾਬੀ ਦੇ ਪਹਿਲੇ ਸ਼ਾਇਰ ਆ, ਅੰਗਰੇਜ਼ੀ ਦਾ ਵੀ ਜਿਹੜਾ ਪਹਿਲਾ ਸ਼ਾਇਰ ਆ ਉਹ 14ਵੀਂ ਸਦੀ ਦੇ ਵਿੱਚ ਜਾ ਕੇ ਸਾਡੇ ਸਾਹਮਣੇ ਆਉਂਦਾ, ਜਿਹੜਾ ਜੋ ਪ੍ਰਮਾਣਿਕ ਰੂਪ ਦੇ ਵਿੱਚ ਸਿੱਕੇਬੰਦ ਤੌਰ ਤੇ ਜੋ ਇਤਿਹਾਸਕ ਤੌਰ ਦੇ ਵਿੱਚ ਮਤਲਬ ਸਾਡੇ ਕੋਲ ਮੌਜੂਦ ਆ। ਸੋ ਉਸ ਲਿਹਾਜ਼ ਨਾਲ ਬਾਬਾ ਫਰੀਦ ਦੀ ਜਦੋਂ ਪੋਇਟਰੀ, ਉਹਨਾਂ ਦੇ ਸ਼ਲੋਕ ਅਸੀਂ ਅੱਜ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹਦੇ ਹਾਂ ਜਾਂ ਸੁਣਦੇ ਹਾਂ, ਇੱਕ ਖਾਸ ਮਹੱਤਵ ਵਾਲੇ, ਇੱਕ ਖਾਸ ਲਹਿਜੇ ਵਿੱਚ, ਉਹ ਸਾਨੂੰ ਅੱਜ ਵੀ ਨਵੇਂ ਨਕੋਰ ਲੱਗਦੇ ਆ, ਸਾਡੇ ਭਾਵਾਂ ਦੀ ਤਰਜਮਾਨੀ ਕਰਦੇ ਆ। ਅਸੀਂ ਇਹ ਨਹੀਂ ਕਹਿ ਸਕਦੇ ਵੀ ਪੰਜਾਬੀ ਭਾਸ਼ਾ ਦੇ ਵਿੱਚ ਰਚਿਆ ਗਿਆ ਸਾਹਿਤ ਕਿਸੇ ਪੱਖੋਂ ਹੀਣਾ ਵਾ ਜਾਂ ਕਮਜ਼ੋਰ ਆ। ਹਾਂ, ਅੱਜ ਦੀ ਜੋ ਸਥਿਤੀ ਆ ਉਹ ਅਸੀਂ ਹੋ ਸਕਦਾ ਵੀ ਕਿਤੇ ਨਾ ਕਿਤੇ ਵੱਡੇ ਲੈਵਲ ਤੇ ਬਾਕੀ ਸਾਹਿਤ ਦੇ ਮੁਕਾਬਲੇ ਅਸੀਂ ਉਹਨੂੰ ਉਹਦੇ ਬਰ ਮੇਚਣ ਦੇ ਮੁਕਾਬਲੇ ਤੇ ਨਹੀਂ ਪਹੁੰਚਦੇ, ਜਾਂ ਕਿਸੇ ਨਾ ਕਿਸੇ ਗੱਲਾਂ ਕਰਕੇ ਜਾਂ ਸਾਡੀਆਂ ਕਮੀਆਂ ਕਮਜ਼ੋਰੀਆਂ ਕਰਕੇ ਸ਼ਾਇਦ ਅਸੀਂ ਕਿਤੇ ਨਾ ਕਿਤੇ ਪਿੱਛੇ ਹੋਈਏ। ਲੇਕਿਨ ਜੋ ਸਾਡਾ ਮੱਧਕਾਲ ਦਾ ਸਾਹਿਤ ਆ, ਜਿਨ੍ਹਾਂ 'ਚ ਬਾਬਾ ਫਰੀਦ ਤੋਂ ਲੈ ਲਓ, ਸ਼ਾਹ ਹੁਸੈਨ ਜੀ, ਬੁੱਲੇ ਸ਼ਾਹ ਤੇ ਗੁਰਮਤਿ ਦਾ ਸਾਹਿਤ ਆ, ਉਹ ਅੱਜ ਵੀ ਅਸੀਂ ਉਨੇ ਹੀ ਆਨੰਦ ਨਾਲ ਉਹਨੂੰ ਪੜ੍ਹਦੇ ਹਾਂ, ਜਾਂ ਉਹਦੇ ਅਰਥ ਜਿਹੜੇ ਆ, ਅਰਥ ਸਾਰਥਕਤਾ ਉਹਦੀ ਆ, ਲੋਕਾਂ ਦੇ ਜੀਵਨ ਦੇ ਨਾਲ ਵਾਬਸਤਗੀ ਆ, ਉਹ ਉਨੀ ਹੀ ਮਹੱਤਵਪੂਰਨ ਆ ਜਿੰਨੀ ਉਦੋਂ ਸੀ। ਠੀਕ ਹੈ ਨਾ ਜੀ। ਤੇ ਜਿਹੜਾ ਅੱਜ ਰਚਿਆ ਜਾਂਦਾ ਸਾਹਿਤ ਆ, ਮੈਨੂੰ ਕਦੇ ਕਦੇ ਇਹ ਲੱਗਦਾ ਹੁੰਦਾ ਵੀ ਉਹ ਬਹੁਤ ਥੋੜ੍ਹ ਚਿਰਾ, ਜਾਂ ਉਹ ਦੂਰ ਰਸ ਪ੍ਰਭਾਵ ਜਿਹੜੇ ਆ ਪਾਉਣ ਵਾਲਾ ਕਿਤੇ ਨਾ ਕਿਤੇ ਲੱਗਦਾ ਨਹੀਂ ਹੁੰਦਾ। ਉਹਦੇ ਪਿੱਛੇ ਵਜ੍ਹਾ ਸਾਡੀ ਅੰਡਰਸਟੈਂਡਿੰਗ ਜਾਂ ਸਮਝਦਾਰੀ ਦੀ ਹੋ ਸਕਦੀ ਆ, ਵੀ ਅਸੀਂ ਕਿਤੇ ਨਾ ਕਿਤੇ ਆਪਣੇ ਛੋਟੇ-ਮੋਟੇ ਤਜਰਬਿਆਂ ਨੂੰ ਸਾਹਿਤ ਦੇ ਵਿੱਚ ਢਾਲ ਕੇ ਇੱਕ ਕਾਹਲੀ 'ਚ ਹੁੰਦੇ ਆ ਵੀ ਮੈਂ ਕੋਈ ਕਿਤਾਬ ਲਿਖਦਾ ਜਾਂ ਮੈਂ ਕੋਈ ਸਾਹਿਤ ਸਿਰਜਦਾ। ਸਾਹਿਤ ਮੂਲ ਰੂਪ ਵਿੱਚ ਸਾਹਿਤ ਸਿਰਜਣਾ ਇੱਕ ਸਾਧਨਾ ਹੀ ਹੈ। ਉਹ ਸਾਧਨਾ ਜਿੰਨਾ ਕੁ ਅਸੀਂ ਉਹਦੇ ਵਿੱਚ ਕੋਸ਼ਿਸ਼ ਕਰਾਂਗੇ, ਜਿੰਨੀ ਕੁ ਐਨਰਜੀ ਅਸੀਂ ਉਹਦੇ 'ਤੇ ਲਾਵਾਂਗੇ, ਉਹ ਉਸੇ ਹਿਸਾਬ ਨਾਲ ਹੀ ਕ੍ਰੀਏਟੀਵਿਟੀ ਜਿਹੜੀ ਆ ਸਾਡੇ ਸਾਹਮਣੇ ਆਊਗੀ। ਤੇ ਇਸ ਕਰਕੇ ਬਹੁਤ ਸਾਰਾ ਪੰਜਾਬੀ ਸਾਹਿਤ ਜਿਹੜਾ ਹੋਰ ਭਾਸ਼ਾਵਾਂ ਦੇ ਵਿੱਚ ਤਰਜਮਾ ਹੋ ਕੇ ਛਪਦਾ, ਇਹ ਨਹੀਂ ਹੈਗਾ ਵੀ ਸਾਡਾ ਸਾਹਿਤ ਕਿਸੇ ਪੱਖੋਂ ਹੀਣਾ। ਸਾਡੇ ਬਹੁਤ ਸਾਰੇ ਨਾਵਲ ਆ ਜਿਹੜੇ, ਬਹੁਤ ਸਾਰੀਆਂ ਕਹਾਣੀਆਂ ਜਿਹੜੀਆਂ ਉਹ ਮਤਲਬ ਅੱਡ-ਅੱਡ ਭਾਸ਼ਾਵਾਂ ਦੇ ਵਿੱਚ ਅਨੁਵਾਦ ਹੋ ਕੇ ਜਿਹੜੀਆਂ ਛਪੀਆਂ ਜਾਂ ਪੜ੍ਹੀਆਂ ਜਾਂਦੀਆਂ। ਸੋ ਇਹ ਕੋਈ ਸਾਹਿਤ ਦੇ ਚੰਗਾ ਜਾਂ ਮਾੜਾ ਹੋਣ ਦਾ ਸਵਾਲ ਨਹੀਂ, ਕਿਸੇ ਭਾਸ਼ਾ ਦਾ ਇਹ ਸਵਾਲ ਨਹੀਂ ਵੀ ਉੱਚੇ ਖਾਸ ਤਰ੍ਹਾਂ ਦੀ ਭਾਸ਼ਾ ਦੇ ਵਿੱਚ ਕੋਈ ਖਾਸ ਤਰ੍ਹਾਂ ਦਾ ਸਾਹਿਤ ਜਿਹੜਾ ਰਚਿਆ ਜਾ ਸਕਦਾ ਜਾਂ ਉਹ ਵੱਧ ਪ੍ਰਭਾਵਸ਼ਾਲੀ ਹੋ ਸਕਦਾ। ਸੋ ਪੰਜਾਬੀ ਨੂੰ ਇਸ ਪੱਖ ਤੋਂ ਮੈਨੂੰ ਲੱਗਦਾ ਵੀ ਘੱਟੋ ਘੱਟ ਕੋਈ
ਸਮੱਸਿਆ ਨਹੀਂ ਵੀ ਉਹਦੇ ਵਿੱਚ ਸਾਹਿਤ ਰਚੇ ਜਾਣ ਦੀ ਘਾਟ ਆ ਜਾਂ ਸਾਹਿਤ ਦੀ ਗੁਣਵੱਤਾ ਦੀ ਘਾਟ ਆ। ਅੱਛਾ ਡਾਕਟਰ ਵਿਨੋਦ, ਇਹਨਾਂ ਦਾ ਡਾਕਟਰ ਗੁਰਮੀਤ ਦਾ ਮੰਨਣਾ ਇਹ ਆ ਕਿ ਜਿਹੜਾ ਹੁਣ ਵਾਲਾ ਸਾਹਿਤ ਰਚਿਆ ਜਾ ਰਿਹਾ, ਜਿੱਦਾਂ ਬਾਬੇ ਫਰੀਦ ਦਾ ਨਾ ਜ਼ਿਕਰ ਕੀਤਾ, ਵੈਸੇ ਤੇ ਜੇ ਥੋੜਾ ਹੋਰ ਪਿੱਛੇ ਚਲੀਏ ਤੇ 9ਵੀਂ ਸਦੀ ਤੇ ਮੇਰੇ ਖਿਆਲ ਜੋਗੀਆਂ ਦਾ ਸਾਹਿਤ ਵੀ ਪੰਜਾਬੀ ਚ ਆਉਣਾ ਸ਼ੁਰੂ ਹੋ ਗਿਆ ਸੀਗਾ। ਬਾਅਦ ਚ ਬਾਬੇ ਫਰੀਦ ਵੇਲੇ ਤੇ ਮੈਨੂੰ ਲੱਗਦਾ ਪੂਰੀ ਤਰ੍ਹਾਂ ਵਿਕਸਿਤ ਭਾਸ਼ਾ ਜਿਹੜੀ ਆ ਉਹ ਯੂਜ਼ ਹੋਈ ਆ ਤੇ ਹਾਂਜੀ ਉਹ ਤੇ ਪੂਰੀ ਤੌਰ ਤੇ ਵਿਕਸਿਤ ਹੋ ਚੁੱਕੀ ਸੀ ਸਾਡੀ ਮੇਰੇ ਖਿਆਲ ਲੈਂਗੁਏਜ, ਜਿਸ ਤਰ੍ਹਾਂ ਤੁਹਾਨੂੰ ਅੱਜ ਵੀ ਵੇਖਦੇ ਆ। ਇਹਨਾਂ ਦਾ ਮੰਨਣਾ ਇਹ ਆ ਕਿ ਜਿਹੜਾ ਸਾਹਿਤ ਆ ਉਹ ਮਨੁੱਖ ਨਾਲ ਤੇ ਸਮਾਜ ਨਾਲ ਨਾ ਜੁੜਿਆ ਹੋਣ ਕਰਕੇ ਕਿਤੇ ਨਾ ਕਿਤੇ ਅਸੀਂ ਥੋੜਾ ਜਿਹਾ, ਮੇਰੇ ਖਿਆਲ ਤੁਹਾਡਾ ਭਾਵ ਇਹੀ ਆ ਚੋ ਬਿਲਕੁਲ ਵੀ ਅਸੀਂ ਪੂਰਨ ਤੌਰ ਤੇ ਉਹਦਾ ਆਲਾ ਦੁਆਲਾ। ਤੇ ਦੂਸਰਾ ਇਹਨਾਂ ਦਾ ਪੁਆਇੰਟ ਇਹ ਆਇਆ ਕਿ ਥੋੜਾ ਜਿਹਾ ਅਸੀਂ ਜਲਦਬਾਜ਼ੀ 'ਚ ਸਾਹਿਤ ਦੀ ਰਚਨਾ ਵਾਲੇ ਪਾਸੇ ਪੈ ਜਾਂਦੇ ਆ। ਪਰ ਅਸੀਂ ਜਿੱਦਾਂ ਵੇਖਦੇ ਆ ਪੰਜਾਬੀ ਜ਼ੁਬਾਨ ਨੂੰ ਬਹੁਤ ਜ਼ਿਆਦਾ ਜਿਹੜੇ ਤੁਹਾਡੇ ਹੁਣ ਇਸ ਗੱਲ ਦਾ ਮਾਈਂਡ ਨਾ ਕਰਿਓ, ਤੁਸੀਂ ਯੂਨੀਵਰਸਿਟੀਆਂ ਤੋਂ ਆਏ ਹੋ, ਜਿਹੜੇ ਡਾਕਟਰ ਲੋਕ ਆ ਸਾਰੇ ਸਮਝਦੇ ਆ ਕਿ ਜ਼ਿਆਦਾ ਗੁੰਝਲਦਾਰ ਬਣਾਉਣ ਕਰਕੇ ਪੰਜਾਬੀ ਨਾਲ ਲੋਕਾਂ ਨੂੰ ਦੂਰ ਕੀਤਾ। ਜੇ ਤੁਸੀਂ ਵਾਰਿਸ ਸ਼ਾਹ, ਬੁੱਲੇ ਸ਼ਾਹ ਦੇ ਜਦੋਂ ਕਲਾਮ ਪੜ੍ਹਦੇ ਹੋ ਤੇ ਸਿੱਧਾ ਤੁਹਾਨੂੰ ਹਿੱਟ ਕਰਦਾ, ਸਮਝ ਆਉਂਦਾ ਆ। ਤੇ ਇੱਥੇ ਤੇ ਹੁਣ ਇਹੋ ਜਿਹਾ ਗੱਲ ਹੋ ਗਿਆ ਕਿ ਮੇਰੇ ਇੱਕ ਸੱਜਣ ਦੱਸਦੇ ਵੀ ਇੱਕ ਵੱਡੇ ਲੇਖਕ ਨੇ ਕਹਾਣੀ ਲਿਖੀ ਤੇ ਦੂਜੇ ਨੂੰ ਭੇਜੀ ਵੀ ਪੜ੍ਹ ਕੇ ਦੱਸੀ ਤੈਨੂੰ ਕਿੱਦਾਂ ਲੱਗੀ, ਤੇ ਉਹ ਆਂਦਾ ਯਾਰ ਕਮਾਲ ਹੈ, ਜਾਂ ਤੈਨੂੰ ਸਮਝ ਆ ਗਈ, ਕਹਿੰਦਾ ਹਾਂ, ਕਹਿੰਦਾ ਯਾਰ ਫਿਰ ਮੁੜ ਤੋਂ ਲਿਖਣੀ ਪੈਣੀ ਆ। ਯਾਨੀ ਕਿ ਜਿਹੜੀ ਰਚਨਾ ਤੁਸੀਂ ਕਹਿੰਦੇ ਹੋ ਸ਼ਾਰਟਕਟ ਹੈ, ਕਾਹਲੀ ਚ ਬਣਦੀ ਆ, ਮੈਨੂੰ ਲੱਗਦਾ ਉਲਝਾ ਕੇ ਵੋਕੈਬਲਰੀ ਔਖੀ ਵਰਤ ਕੇ ਦੂਜੀਆਂ ਭਾਸ਼ਾਵਾਂ ਦੇ ਸ਼ਬਦਾਂ ਚੋਂ ਲੱਭ ਕੇ ਔਖੇ ਸ਼ਬਦ। ਤੇ ਕਈ ਵਾਰ ਤੇ ਪਾਕਿਸਤਾਨ ਜਾਈਦਾ ਨਾ, ਤੇ ਉਹ ਕਹਿੰਦੇ ਆ ਯਾਰ ਤੁਹਾਡੀ ਪੰਜਾਬੀ ਬੋਲੀ ਸਾਨੂੰ ਪੰਜਾਬੀ 'ਚ ਤਰਜਮਾ ਕਰਨ ਲਈ ਇੱਕ ਬੰਦਾ ਚਾਹੀਦਾ ਹੈ। ਤੇ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਸਾਡੇ ਜਿਹੜੇ ਵਿਦਵਾਨ ਲੋਕ ਆ ਉਹਨਾਂ ਨੇ ਗੁੰਝਲਦਾਰ ਬਣਾਤਾ ਪੰਜਾਬੀ ਨੂੰ ਥੋੜਾ ਜਿਹਾ। ਜਿਹੜੀ ਗੁੰਝਲਦਾਰਤਾ ਵਾਲੀ ਗੱਲ ਹੈ ਜੀ, ਜੇ ਤਾਂ ਆਪਾਂ ਆਲੋਚਕ ਦੇ ਤੌਰ ਤੇ ਦੇਖੀਏ, ਦੇਖੋ ਆਲੋਚਕਾਂ ਦੀ ਭਾਸ਼ਾ ਆਪਣੀ ਹੁੰਦੀ ਹੈ ਹਾਂਜੀ, ਕਲਾ ਵਾਲੀ ਹੁੰਦੀ ਹੈ, ਕਲਾ ਜੀ ਆਲੋਚਕਾਂ ਵਾਲੀ ਭਾਸ਼ਾ ਹੋਰ ਹੁੰਦੀ। ਕ੍ਰੀਏਟਿਵ ਰਾਈਟਿੰਗ ਦੀ ਜਿਹੜੀ ਭਾਸ਼ਾ ਦੀ ਆਪਾਂ ਗੱਲ ਕਰੀਏ ਤਾਂ ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਤੁਹਾਡੀ ਕ੍ਰੀਏਟਿਵ ਰਾਈਟਿੰਗ ਇੱਦਾਂ ਦੀ ਹੋਣੀ ਚਾਹੀਦੀ ਹੈ ਕਿ ਜਿਹੜੇ ਲੋਕਾਂ ਲਈ ਤੁਸੀਂ ਲਿਖੀ ਹੈ ਉਹਨਾਂ ਨੂੰ ਸਮਝ ਆਉਣੀ ਜ਼ਰੂਰੀ ਹੈ। ਜੇ ਉਹਨਾਂ ਨੂੰ ਸਮਝ ਹੀ ਨਾ, ਮਕਸਦ ਹੀ ਖਤਮ ਹੋ ਜਾਂਦਾ। ਇੱਕ ਚੀਜ਼ ਜੇ ਤੁਸੀਂ ਲਿਖੀ ਆ ਤੇ ਉਹ ਕਿਸੇ ਨੂੰ ਸਮਝ ਹੀ ਨਹੀਂ ਆਈ, ਕਹਿੰਦੇ ਬੜੀ ਵੱਡੀ ਅਡਾਰੀ ਹੈ ਜੀ ਪੋਇਟ ਦੀ ਜਾਂ ਕਿਸੇ ਦੀ ਬੰਦੇ ਦੀ। ਹੁਣ ਬਾਬੇ ਨਾਨਕ ਘਰਾਂ ਤੋਂ ਘੱਟ ਅਡਾਰੀਆਂ ਹੋਣਗੀਆਂ ਉਹਨਾਂ ਕੋਲ, ਪਰ ਉਹਨਾਂ ਦੀ ਭਾਸ਼ਾ ਸਮਝ ਆਉਂਦੀ ਹੈ ਨਾ, ਫਰੀਦ ਜੀ ਦੀ ਬਾਣੀ ਸਮਝ ਆਉਂਦੀ ਹੈ ਨਾ। ਮੇਰਾ ਸਵਾਲ ਇਹ ਸੀਗਾ ਕਿ ਕਿਤੇ ਨਾ ਕਿਤੇ ਆਪਾਂ ਆਪਣੇ ਆਪ ਨੂੰ ਬਹੁਤ ਡੂੰਘੇ ਵਿਦਵਾਨ ਦੱਸਣ ਦੇ ਚੱਕਰ 'ਚ ਨਹੀਂ ਭਾਸ਼ਾ ਦਾ ਵਿਗਾੜ ਪੈਦਾ ਕਰ ਰਹੇ? ਨਹੀਂ ਜੀ, ਇਹ 'ਚ ਮੈਨੂੰ ਦੋ ਗੱਲਾਂ ਲੱਗਦੀਆਂ ਜੀ। ਹਾਂਜੀ, ਕਿ ਆਪਾਂ ਇੱਕ ਸਵੀਪਿੰਗ ਸਟੇਟਮੈਂਟ ਨਹੀਂ ਦੇ ਸਕਦੇ ਕਿ ਸਾਹਿਤ ਆ ਜਿਹੜਾ ਬਿਲਕੁਲ ਸੌਖਾ ਹੀ ਹੋਣਾ ਚਾਹੀਦਾ ਜਾਂ ਬਹੁਤਾ ਗੁੰਝਲਦਾਰ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ। ਉਹ ਦੇਖੋ ਵਿਸ਼ੇ ਤੇ ਵੀ ਨਹੀਂ, ਪਰ ਨਿਰਭਰ ਕਰਦੀ ਹੈ। ਸਾਹਿਤ ਸਰ ਲਿਖਿਆ ਤੇ ਮਨੁੱਖ ਲਈ ਜਾਂਦਾ, ਮਨੁੱਖ ਲਈ ਲਿਖਿਆ ਜਾਂਦਾ। ਜੇ ਮਨੁੱਖ ਦੇ ਪੱਲੇ ਹੀ ਨਾ ਪਵੇ, ਵਾਬਸਤਗੀ ਦਾ ਕੁਐਸਚਨ ਹੀ ਹੈ ਜੀ। ਮੈਨੂੰ ਲੱਗਦਾ ਵੀ ਜੇ ਉਹ ਹਾਂ ਲੋਕ ਜੀਵਨ ਨਾਲ ਉਹਦੀ ਵਾਬਸਤਗੀ ਕਿੰਨੀ ਆ, ਉਹ ਗਹਿ ਗੱਚ ਹੋਊਗਾ ਨਾ ਜੀ, ਲੋਕ ਜੀਵਨ ਨਾਲ ਜੁੜਿਆ ਹੋਊਗਾ। ਮੈਂ ਤੁਸੀਂ ਪਾਠ ਆਇਆ, ਮੈਂ ਤਾਂ ਹੀ ਪੁੱਛਿਆ ਡਾਕਟਰ ਸਾਹਿਬ ਨੂੰ। ਲੱਗਦਾ ਵੀ ਉਹ ਭਾਸ਼ਾ ਆਪਣੇ ਆਪ ਉਸ ਜੀਵਨ ਨਾਲ ਜੁੜੀ ਹੋਊਗੀ ਆਪਣੇ ਆਪ ਜੀ, ਮੂਲ ਰੂਪ ਵਿੱਚ। ਮੈਨੂੰ ਜੋ ਲੱਗਦਾ ਭਾਸ਼ਾ ਕਿਸੇ ਨੇ ਫੜ ਕੇ ਨਹੀਂ ਸ਼ਬਦ ਪਾਉਣੇ ਜੀ। ਜੇ ਜਿਵੇਂ ਦਾ ਐਕਸਪੀਰੀਅੰਸ ਹੋਊਗਾ, ਉਹਦਾ ਤਜਰਬਾ। ਨਹੀਂ, ਪਰ ਡਾਕਟਰ ਸਾਹਿਬ ਦੋ ਚੀਜ਼ਾਂ ਨਹੀਂ ਹੋ ਜਾਂਦੀਆਂ। ਇੱਕ ਤੇ ਭਾਸ਼ਾ ਰਹਿ ਗਈ ਨਾ, ਰੋਲ ਉਹਦੀ ਲਿਖਣ ਦੀ ਸ਼ੈਲੀ ਕਹਿ ਲਈਏ ਜਾਂ ਉਹ ਸ਼ਬਦਾਂ ਦੀ ਚੋਣ ਕਹਿ ਲਈਏ। ਇੱਕ ਹੈ ਵਿਸ਼ਾ। ਜੇ ਵਿਸ਼ਾ ਜਿਹੜਾ ਆ ਉਹ ਜੀਵਨ ਨਾਲ ਨਹੀਂ ਜੁੜਿਆ ਹੋਇਆ। ਨਹੀਂ ਗਿੱਲ ਸਾਹਿਬ, ਮੈਂ ਜੋ ਗੱਲ ਕਰਨੀ ਚਾਹ ਰਿਹਾ ਸੀ ਅੱਗੇ, ਉਹ 'ਚ ਇਹ ਸੀਗਾ ਜੀ ਕਿ ਹਰ ਸਾਹਿਤ ਹਰ ਇੱਕ ਮਨੁੱਖ ਲਈ ਨਹੀਂ ਹੁੰਦਾ ਜੀ, ਜੋ ਮੈਨੂੰ ਸਮਝ ਆਉਂਦੀ ਇਹ ਗੱਲ। ਕਿਉਂਕਿ ਦੇਖੋ ਕਿਸੇ ਮਨੁੱਖ ਦਾ ਪੱਧਰ ਕੋਈ ਹੋ ਸਕਦਾ, ਕਿਸੇ ਦਾ ਕੋਈ ਹੋ ਸਕਦਾ, ਕੋਈ ਪੜ੍ਹਿਆ ਘੱਟ ਹੋ ਸਕਦਾ, ਕੋਈ ਵੱਧ ਹੋ ਸਕਦਾ, ਕਿਸੇ ਦਾ ਐਕਸਪੀਰੀਅੰਸ ਕੋਈ ਹੋ ਸਕਦਾ, ਕਿਸੇ ਦਾ ਕੋਈ ਹੋ ਸਕਦਾ। ਜਦੋਂ ਤੱਕ ਰੀਡਰ ਆਇਡੈਂਟੀਫਾਈ ਨਹੀਂ ਕਰ ਪਾਉਂਦਾ ਆਪਣੇ ਆਪ ਨੂੰ ਸਾਹਿਤ ਨਾਲ, ਉਦੋਂ ਤੱਕ ਸਮਝ ਲਓ ਉਹ ਜਾਂ ਤਾਂ ਸਾਹਿਤ ਉਹਦੇ ਲਈ ਨਹੀਂ ਆ, ਉਹ ਜਾਂ ਉਹਦੇ 'ਚ ਵੀ ਕਿਤੇ ਨਾ ਕਿਤੇ ਕਮੀ ਹੈ। ਕਿਉਂਕਿ ਸਾਹਿਤ ਇੱਕ ਰੈਡੀਮੇਡ ਕੈਪਸੂਲ ਤਾਂ ਹੈ ਨਹੀਂ ਕਿ ਤੁਸੀਂ ਬੰਦੇ ਨੂੰ ਦੱਸ ਦਿਓ ਵੀ ਜ਼ਿੰਦਗੀ ਇੱਦਾਂ ਜੀਣੀ ਹੈ ਤੇ ਉਹਨੂੰ ਜਿੰਦਾ ਰਹੇ। ਨਹੀਂ ਡਾਕਟਰ, ਇੰਨਾ ਸੌਖਾ ਵੀ ਨਹੀਂ ਹੋਣਾ। ਸਾਹਿਤ ਦੀ ਵੰਨਗੀ ਦੇ ਬਾਰੇ ਗੱਲ ਕਰ ਰਹੇ ਹਾਂ ਜਾਂ ਅਸੀਂ ਸਮੁੱਚੇ ਸਾਹਿਤ ਦੀ ਗੱਲ ਕਰ ਰਹੇ ਹਾਂ? ਜੇ ਤੇ ਕੱਲੀ ਵੰਨਗੀ ਦੀ ਗੱਲ ਕਰੀਏ ਤਾਂ ਮੈਂ ਤੁਹਾਡੀ ਗੱਲ ਨਾਲ 100% ਸਹਿਮਤ ਹਾਂ ਵੀ ਇੱਕ ਬੰਦਾ ਅਧਿਆਤਮਕਵਾਦ ਵਾਲਾ ਪਾਸੇ ਆ, ਖਿਆਲ ਉਹਦੇ ਉਦਾਂ ਦੇ ਆ, ਤੇ ਉਹਨੂੰ ਜਿਹੜਾ ਗੁਰਬਾਣੀ 'ਚ ਰਚਿਆ ਸਾਹਿਤ ਹੈ ਜਾਂ ਜਿਹੜਾ ਇਸ ਟੋਨ ਦਾ ਸਾਹਿਤ ਹੈ ਉਹਨੂੰ ਪਸੰਦ ਆਏਗਾ ਤੇ ਉਹਦੀ ਸਮਝ ਵੀ ਜਾਏ, ਕਿਉਂਕਿ ਉਹਨੂੰ ਨਿਸ਼ਠਾ ਨਾਲ ਪੜੂਗਾ। ਇੱਕ ਸਾਹਿਤ ਹੈ ਜਿਹੜਾ ਜਨਰਲ ਮਨੁੱਖ ਦੇ ਵਿਕਾਸ ਲਈ। ਮੈਂ ਸਾਹਿਤ ਇਨ ਜਨਰਲ ਹੀ ਗੱਲ ਕਰ ਰਿਹਾ ਜੀ, ਕਿਉਂਕਿ ਚਲੋ ਵੰਨਗੀਆਂ ਨੂੰ ਵੀ ਆਪਾਂ ਕੈਟੇਗਰਾਈਜ਼ ਕਰ ਲਿਆ ਸਾਹਿਤ ਨੂੰ, ਪਰ ਅਲਟੀਮੇਟਲੀ ਉਹਦਾ ਪਰਪਸ ਤਾਂ ਇਹੀ ਹੈ ਨਾ ਕਿ ਮਨੁੱਖ ਨੂੰ ਜਿਉਣ ਜੋਗੀ ਜ਼ਿੰਦਗੀ ਦੇਣਾ ਤੇ ਉਹਨੂੰ ਦੱਸਣਾ ਕਿ ਜ਼ਿੰਦਗੀ ਨੂੰ ਹੋਰ ਬਿਹਤਰ ਅਸੀਂ ਕਿਸ ਤਰ੍ਹਾਂ ਬਣਾ ਸਕਦੇ ਹਾਂ। ਅੱਛਾ ਡਾਕਟਰ ਸਾਹਿਬ, ਸੱਭਿਆਚਾਰ ਜਿਹੜਾ ਹੈ
ਉਹਦੇ ਨਾਲ ਜਿਹੜੀ ਭਾਸ਼ਾ ਹੈ ਉਹਦੀ ਕਿੰਨੀ ਕੁ ਨੇੜਤਾ ਹੋਣੀ ਚਾਹੀਦੀ ਹੈ, ਜਾਂ ਕਿੰਨੀ ਕੁ ਨੇੜਤਾ, ਜਾਂ ਸੱਭਿਆਚਾਰ ਤੇ ਉਹ ਰਲਗੱਡ ਚੀਜ਼ਾਂ ਨੇ, ਭਾਸ਼ਾ ਨੂੰ ਵਿੱਚ ਮਿਲਾ ਕੇ ਹੀ ਸੱਭਿਆਚਾਰ ਬਣਦਾ, ਜਾਂ ਸੱਭਿਆਚਾਰ ਇੱਕ ਵੱਖਰੀ ਚੀਜ਼ ਹੈ ਜਿਹਨੂੰ ਭਾਸ਼ਾ ਨੇ ਕੋਈ ਪ੍ਰਮੋਟ ਕਰਨਾ ਜਾਂ ਉਹਨੂੰ ਨਾਲ ਲੈ ਕੇ ਆਉਣਾ? ਗਿੱਲ ਸਾਹਿਬ, ਮੈਨੂੰ ਇਹਦੇ ਬਾਰੇ ਜਿਹੜਾ ਸੱਭਿਆਚਾਰ ਨਾ, ਇਹ ਬਹੁਤ ਵਾਈਡਰ ਕਨਸੈਪਟ ਆ, ਬਹੁਤ ਖੁੱਲ੍ਹਾ ਮਤਲਬ ਇਹਦਾ ਘੇਰਾ। ਹਾਂਜੀ। ਇਹਦੇ ਵਿੱਚ ਭਾਸ਼ਾ ਵੀ ਆਉਂਦੀ ਆ, ਧਰਮ ਵੀ ਆਉਂਦਾ, ਸਾਡਾ ਸਮਾਜ ਵੀ ਆਉਂਦਾ। ਜਿੰਨੇ ਮਨੁੱਖ ਦੀਆਂ ਜ਼ਰੂਰਤਾਂ ਜਾਂ ਉਹਦੇ ਨਾਲ ਉਹਦੇ ਜੀਵਨ ਤੋਂ ਲੈ ਕੇ ਉਹਦੇ ਅੰਤਮ ਸਮੇਂ ਤੱਕ ਦੇ ਕੰਸਰਨ ਜਿੰਨੇ ਸਰੋਕਾਰ ਜੁੜੇ ਹੋਏ ਆ, ਉਹ ਸੱਭਿਆਚਾਰ ਦੇ ਘੇਰੇ ਵਿੱਚ ਆ ਜਾਂਦੇ ਆ। ਸੱਭਿਆਚਾਰ ਦਾ ਪ੍ਰਗਟਾਵਾ ਜਿਹੜਾ ਉਹ ਆਪਾਂ ਕਹਿ ਲਈਏ ਵੀ ਉਹ ਭਾਸ਼ਾ ਤੋਂ, ਜਿਵੇਂ ਡਾਕਟਰ ਵਿਨੋਦ ਹੁਣਾਂ ਨੇ ਗੱਲ ਕੀਤੀ ਸੀਗੀ, ਭਾਸ਼ਾ ਤੋਂ ਬਿਨਾਂ ਅਸੀਂ ਆਪਣੇ ਹਾਵ ਭਾਵ ਜਾਂ ਆਪਾਂ ਕੋਈ ਵੀ ਆਪਣੀ ਗੱਲ ਜਿਹੜੀ ਆ ਉਹ ਨਹੀਂ ਸਿਰੇ ਚੜ੍ਹਾ ਸਕਦੇ। ਸੋ ਸੱਭਿਆਚਾਰ ਨੇ ਭਾਸ਼ਾ ਤੋਂ ਊਰਜਾ ਲੈਣੀ ਆ। ਭਾਸ਼ਾ ਨੇ ਆਪਣੀ ਗੱਲ ਕਹਿਣ ਲਈ, ਆਪਣੇ ਸ਼ਬਦਾਂ ਨੂੰ ਲੋਕਾਂ ਨਾਲ ਜੋੜਨ ਲਈ ਸੱਭਿਆਚਾਰ ਤੋਂ ਆਪਣੀ ਊਰਜਾ ਜਿਹੜੀ ਆ ਗ੍ਰਹਿਣ। ਇਹ ਇੱਕ ਤਰੀਕੇ ਨਾਲ ਦੋਵੇਂ ਇੱਕ ਦੂਜੇ ਨਾਲ ਜੁੜੇ ਹੋਏ ਵਰਤਾਰੇ ਆ, ਪੂਰਕ ਨੇ ਇੱਕ ਦੂਜੇ ਦੇ ਪੂਰਕ ਹੀ ਕਹਿ ਸਕਦੇ ਆ ਆਪਾਂ। ਕਿਉਂਕਿ ਸੱਭਿਆਚਾਰ ਨੂੰ, ਜਿਵੇਂ ਹੁਣ ਅਸੀਂ ਪੰਜਾਬ ਦੇ ਸੱਭਿਆਚਾਰ ਦੀ ਗੱਲ ਕਰਦੇ ਆ, ਉਹਦੇ ਵਿੱਚ ਬਹੁਤ ਵਾਰੀ ਇਹ ਗੱਲ ਕਰ ਦਿੱਤੀ ਜਾਂਦੀ ਆ ਵੀ ਖਾਸ ਤਰ੍ਹਾਂ ਦੇ ਹੁਲੀਏ ਵਾਲੇ ਲੋਕ ਜਿਹੜੇ ਆ, ਖਾਸ ਤਰ੍ਹਾਂ ਦੇ ਪਹਿਰਾਵੇ ਵਾਲੇ ਲੋਕ ਆ, ਉਹ ਪੰਜਾਬੀ ਆ। ਮੈਂ ਹੁਣ ਇੱਥੇ ਵਾਲਾ ਉਵੇਂ ਮੈਂਸ਼ਨ ਨਹੀਂ ਕਰਨਾ ਚਾਹੁੰਦਾ, ਪਰ ਇਹਨੂੰ ਪੰਜਾਬ ਨਾਲ ਐਸੋਸੀਏਟ ਕਰਨ ਲਈ ਜਾਂ ਇਹਨੂੰ ਇੱਕ ਆਪਾਂ ਹੋਲਿਸਟਿਕ ਰੂਪ ਦੇ ਵਿੱਚ ਸੋਚਣ ਦੀ ਲੋੜ ਆ ਵੀ ਪੰਜਾਬ ਇੱਕ ਖਿੱਤਾ, ਇੱਕ ਭੂਗੋਲਿਕ ਖਿੱਤਾ, ਉਹਦੇ ਲੋਕਾਂ ਦਾ ਜਿਹੜਾ ਆਚਾਰ ਵਿਹਾਰ ਆ ਜਾਂ ਉਹਨਾਂ ਦਾ ਰਹਿਣ ਸਹਿਣ ਆ, ਜਨ ਜੀਵਨ ਆ, ਉਹ ਬਿਨਾਂ ਕਿਸੇ ਜਾਤ ਧਰਮ ਤੋਂ ਉਹ ਮਤਲਬ ਖੁੱਲਾ ਡੁੱਲਾ। ਉਹਨੂੰ ਜਦੋਂ ਅਸੀਂ ਇੱਕ ਸੰਕੀਰਣ ਹੱਦਬੰਦੀ ਦੇ ਵਿੱਚ ਬੰਨ੍ਹ ਦਿੰਦੇ ਆ, ਉਦੋਂ ਮੁਸ਼ਕਿਲਾਂ ਆਉਂਦੀਆਂ। ਜਦੋਂ ਇਹ ਗੱਲ ਕਹਿ ਦਿੱਤੀ ਜਾਂਦੀ ਆ ਵੀ ਕੋਈ ਖਾਸ ਤਬਕੇ ਦੇ ਲੋਕਾਂ ਨੇ ਪੰਜਾਬੀ ਭਾਸ਼ਾ ਨੂੰ ਆਪਣੀ ਭਾਸ਼ਾ ਨਹੀਂ ਮੰਨਿਆ। ਜੇਕਰ ਅਸੀਂ ਸਾਰੇ ਲੋਕਾਂ ਨੂੰ ਕਲਚਰ ਦੇ ਨਾਲ ਐਸੋਸੀਏਟ ਕਰਾਂਗੇ, ਇੱਕ ਪੰਜਾਬੀ ਸੱਭਿਆਚਾਰ ਦੇ ਨਾਲ ਜੁੜੇ ਹੋਏ ਮਹਿਸੂਸ ਕਰਾਂਗੇ, ਫਿਰ ਮੈਨੂੰ ਲੱਗਦਾ ਵੀ ਸ਼ਾਇਦ ਇਵੇਂ ਦੀਆਂ ਜਿਹੜੀਆਂ ਛੋਟੀਆਂ ਚੀਜ਼ਾਂ ਉਹ ਵੀ ਪੈਦਾ ਨਹੀਂ ਹੋਣਗੀਆਂ। ਕਿਉਂਕਿ ਅਸੀਂ ਜੋ ਸਾਡੀ ਸੋਚ ਆ, ਸੋਚਣ ਦਾ ਢੰਗ ਤਰੀਕਾ, ਉਹ ਸੰਯੁਕਤ ਰੂਪ ਦੇ ਵਿੱਚ ਹੀ ਆਉਂਦਾ। ਉਹ 'ਚ ਇਕੱਲਾ ਘੇਰਾ ਜਾਂ ਇੱਕ ਘਰ ਪਰਿਵਾਰ ਨਹੀਂ, ਉਹ ਪੂਰੇ ਸਮਾਜ ਦੇ ਸੋਚਣ ਸਮਝਣ ਦੇ ਤਰੀਕਿਆਂ ਦੇ ਵਿੱਚੋਂ ਹੀ ਪੈਦਾ ਹੁੰਦਾ। ਸੋ ਅੱਛਾ ਡਾਕਟਰ ਸਾਹਿਬ, ਜਿੱਦਾਂ ਕਹਿ ਰਹੇ ਨੇ ਡਾਕਟਰ ਗੁਰਮੀਤ ਹੀਰੀ, ਚਲੋ ਉਹ ਇਹ ਤੇ ਵੱਖਰੀ ਗੱਲ ਆ ਕਿ ਜਿਹੜੀਆਂ ਰਾਜਨੀਤੀ ਆ ਉਹ ਕਿਤੇ ਨਾ ਕਿਤੇ ਸਾਡੇ ਸਮਾਜਿਕ ਤਾਣੇ ਬਾਣੇ 'ਚ ਆਪਣੀ ਤਰ੍ਹਾਂ ਦੇ ਮੁੱਦੇ ਪੈਦਾ ਕਰਦੀ ਹੈ, ਜਿਸ 'ਚ ਪੰਜਾਬੀ ਦਾ ਵੀ ਮੁੱਦਾ ਆਪਾਂ ਜਿੱਦਾਂ ਕਹਿ ਰਹੇ ਕਿ ਕੁਝ ਖਾਸ ਫਿਰਕੇ ਦੀ ਗੱਲ ਕਰਕੇ ਜੋੜ ਦਿੱਤਾ ਜਾਂਦਾ। ਕਈ ਲੋਕ ਇਹ ਕਹਿ ਦਿੰਦੇ ਆ ਵੀ ਸਿੱਖ ਇਹਦੇ ਨਾਲ ਬੱਝੇ ਪਏ ਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਇਹਦੇ 'ਚ ਲਿਖਿਆ ਆ, ਦੂਜੇ ਲੋਕ ਇਹ ਤੋਂ ਬਾਗੀ ਹੋ ਕੇ ਕਹਿਣਾ ਸ਼ਾਇਦ ਇਹੋ ਹੀ ਚਾਹੁੰਦੇ ਆ। ਤੇ ਪਰ ਦੂਜੇ ਪਾਸੇ ਇਹ ਵੀ ਕਿਹਾ ਜਾਂਦਾ, ਮੈਂ ਡਾਕਟਰ ਪ੍ਰੋਫੈਸਰ ਗੁਰਭਜਨ ਦੀ ਗੱਲ ਕਰਦੇ ਹੁੰਦੇ ਆ ਕਿ ਜੇ ਪੰਜਾਬੀ ਜਿਹੜੀ ਲਿਪੀ ਦੀ ਗੱਲ ਜਦੋਂ ਅਸੀਂ ਕਰਦੇ ਹਾਂ, ਦੇਖੋ ਲਿਪੀ ਤੇ ਫਿਰ ਦੋ ਚੀਜ਼ਾਂ ਆਪਾਂ ਜਿਹੜੀ ਪੰਜਾਬੀ ਭਾਸ਼ਾ ਤੇ ਲਿਪੀ ਤੇ ਬਹੁਤੀ ਗੱਲ ਨਹੀਂ ਕਰ ਰਹੇ ਆਪਾਂ, ਕਿਉਂਕਿ ਲਿਪੀ ਜਿਹੜਾ ਮੇਰੇ ਖਿਆਲ ਇਹ ਭਾਸ਼ਾ ਵਿਗਿਆਨ ਦਾ ਮੁੱਦਾ ਹੋਣਾ ਜ਼ਿਆਦਾ ਬਰੀਕੀ ਵਾਲਾ। ਤੇ ਉਹ ਕਹਿੰਦੇ ਕਿ ਜੇ ਗੁਰੂ ਗ੍ਰੰਥ ਸਾਹਿਬ ਇਸ ਦੀ ਲਿਪੀ ਇਹ ਨਾ ਹੁੰਦੀ ਤੇ ਪੰਜਾਬੀ ਦੀ ਜਿਹੜੀ ਪਿੱਛੇ ਰੌਲਾ ਪੈਂਦਾ ਸੀ ਯੂਨੈਸਕੋ ਦਾ ਜਾਂ ਕਿੱਦਾਂ, ਤੇ ਪੋਸੀਬਲ ਸੀਗਾ। ਪਰ ਇਹ ਕਿਉਂਕਿ ਹੁਣ ਇੱਕ ਕਿਸਮ ਦਾ ਇੱਕ ਬੰਨ ਲੱਗ ਗਿਆ ਤੇ ਇਸ ਕਰਕੇ ਨਹੀਂ ਹੋ ਸਕਦਾ। ਕੁਝ ਲੋਕ ਇਸ ਪੈਤੜੇ ਤੋਂ ਸੋਚਦੇ ਆ, ਕੁਝ ਲੋਕ ਇਸ ਪੈਤੜੇ ਤੋਂ ਸੋਚਦੇ ਜਿਹੜੇ ਕੱਟੜਵਾਦ ਦਾ ਸ਼ਿਕਾਰ ਹੋ ਜਾਂਦੇ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਇਹ ਤਾਂ ਜੀ ਲਿਪੀ ਗੁਰੂ ਅੰਗਦ ਦੇਵ ਨੇ ਬਣਾਈ ਸੀ, ਜਿੱਦਾਂ ਆਪਾਂ ਜਾਣਦੇ ਕਿ ਇੱਕ ਬੰਦਾ ਬਣਾ ਹੀ ਨਹੀਂ ਸਕਦਾ। ਤੇ ਇਸੇ ਤਰ੍ਹਾਂ ਹੀ ਪੰਜਾਬ 'ਚ ਜਿੱਦਾਂ ਦੀਆਂ ਕੋਈ ਲਹਿਰਾਂ ਉੱਠੀਆਂ, ਚੰਗੀਆਂ ਮਾੜੀਆਂ ਜਿਹੜੇ ਸੈਂਸਸ ਹੋਈਆਂ, ਉਹਨਾਂ ਨੇ ਸਾਡੇ 'ਚ ਵਖਰੇਵੇਂ ਜ਼ਰੂਰ ਖੜੇ ਕੀਤੇ ਆ। ਪਰ ਜਦੋਂ ਅਸੀਂ ਪੰਜਾਬੀ ਭਾਸ਼ਾ ਦੇ ਵੱਡੇ ਲੇਖਕਾਂ ਦੀ ਗੱਲ ਕਰਦੇ ਹਾਂ ਤੇ ਫਿਰ ਇਹ ਕੋਈ ਨਹੀਂ ਵੇਖਦਾ ਕਿ ਇਹ ਸੰਤ ਸਿੰਘ ਸੇਖੋਂ ਸਰਦਾਰ ਸੀਗਾ ਜਾਂ ਸ਼ਿਵ ਕੁਮਾਰ ਬਟਾਲਵੀ ਜਿਹੜਾ ਉਹ ਕਿਸੇ ਹੋਰ ਫਿਰਕੇ ਦਾ, ਉਹਦੇ ਫਿਰ ਤੇ ਉਹਦੀ ਜਿਹੜੀ ਭਾਸ਼ਾ ਤੇ ਪਕੜ ਤੇ ਉਹਦੀ ਜਿਹੜੀ ਰਚਨਾ ਉਹਨੂੰ ਹੀ ਵੇਖਦੇ ਆ, ਹਨਾ। ਤੇ ਮੇਰੇ ਖਿਆਲ ਇਹ ਬਹੁਤੇ ਮਾਇਨੇ ਨਹੀਂ ਰੱਖਦੀਆਂ ਚੀਜ਼ਾਂ, ਇਹ ਤੇ ਐਵੇਂ ਖਾਮਖਾ ਸਾਨੂੰ ਬਣਾਈਆਂ ਗਈਆਂ। ਸੋ ਡਾਕਟਰ ਸਾਹਿਬ, ਤੁਸੀਂ ਦੱਸੋ ਵੀ ਤੁਸੀਂ ਕਿੱਦਾਂ ਸਮੁੱਚੇ ਰੂਪ 'ਚ ਇਸ ਵੇਲੇ ਪੰਜਾਬ ਦੇ ਜਿਹੜਾ ਸਾਹਿਤ ਆ, ਪੁਰਾਤਨ ਸਾਹਿਤ ਦੀ ਆਪਾਂ ਗੱਲ ਕੀਤੀ ਡਾਕਟਰ ਨੇ ਕਿ ਉਹ ਅੱਜ ਵੀ ਸਾਨੂੰ ਨਵਾਂ ਨਰੋਆ ਲੱਗਦਾ, ਜਿਹੜਾ ਸਾਹਿਤ ਹੁਣ ਰਚਿਆ ਜਾ ਰਿਹਾ ਉਹਦੇ ਬਾਰੇ ਫਿਰ ਆਪਾਂ ਗੱਲ ਕਰਦੇ ਹਾਂ। ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਗੱਲ ਕਰਦੇ ਹਾਂ। 20 ਮਿੰਟ ਹੋ ਗਏ ਮੈਡਮ।